अखबार हाजिर है। सत श्री अकाल जी, मैं चांदनी अखबार हाजिर है प्रोग्राम ਵਿੱਚ ਤੁਹਾਡੇ ਸਭ ਦਾ ਸਵਾਗਤ ਕਰਦੀ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅਖਬਾਰ ਦੀਆਂ ਮੁੱਖ ਖਬਰਾਂ ਤੇ ਉਸ ਦੇ ਬਾਰੇ ਤੁਹਾਨੂੰ ਵਿਸਤ੍ਰਿਤ ਜਾਣਕਾਰੀ ਦਿੰਦੇ ਹਾਂ। ਇਸ ਦੇ ਨਾਲ ਹੀ ਨਜ਼ਰ ਮਾਰਦੇ ਹਾਂ ਕਿ ਅੱਜ ਦੀ ਅਖਬਾਰ ਦੀ ਪਹਿਲੀ ਹੈਡਲਾਈਨ ਕਿਹੜੀ ਹੈ। ਜੀ, ਪਹਿਲੀ ਹੈਡਲਾਈਨ ਹੈ ਕੇਂਦਰ ਨੇ ਕਿਸਾਨਾਂ ਲਈ ਗੱਲਬਾਤ ਦੇ ਦਰ ਖੋਲੇ। ਜੀ ਹਾਂ, ਜਿਹੜੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਹਨਾਂ ਨੇ ਕਿਸਾਨ ਆਗੂਆਂ ਦੇ ਨਾਲ ਜਿਹੜੀ ਮੀਟਿੰਗ ਹੈ ਉਸ ਦਾ ਸੱਦਾ ਦਿੱਤਾ ਹੈ ਗੱਲਬਾਤ ਦਾ। ਤੁਹਾਨੂੰ ਦੱਸ ਦਈਏ ਕਿ ਅੰਦੋਲਨ ਜਿਹੜਾ ਕਿਸਾਨ ਅੰਦੋਲਨ ਚੱਲਦਾ ਪਿਆ ਖੇਤੀ ਕਾਨੂੰਨਾਂ ਦੇ ਖਿਲਾਫ, ਜਿਹਨੂੰ ਲੈ ਕੇ 5 ਨਵੰਬਰ ਨੂੰ ਕੌਮੀ ਪੱਧਰ ਦੇ ਉੱਤੇ ਚੱਕਾ ਵੀ ਜਾਮ ਕੀਤਾ ਗਿਆ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਬਹੁਤ ਹੀ ਜ਼ਿਆਦਾ ਸੀਰੀਅਸ ਲਿਆ ਹੈ। ਤੇ ਸੀਰੀਅਸ ਲੈਂਦੇ ਹੋਏ ਹੁਣ ਜਿਹੜੇ ਆਪਣੇ ਰੱਖਿਆ ਮੰਤਰੀ ਹੈ ਰਾਜਨਾਥ ਸਿੰਘ, ਉਹਨਾਂ ਨੇ ਕਿਸਾਨ ਆਗੂਆਂ ਨੂੰ ਜਿਹੜਾ ਫੋਨ ਤੇ ਗੱਲਬਾਤ ਕੀਤੀ ਉਹਨਾਂ ਦੇ ਨਾਲ, ਤੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਕਿ ਅਸੀਂ ਇਸ ਨੂੰ ਸੁਲਝਾਉਣ ਵਾਸਤੇ, ਇਸ ਮਸਲੇ ਨੂੰ ਸੁਲਝਾਉਣ ਵਾਸਤੇ ਮੀਟਿੰਗ ਕਰਦੇ ਹਾਂ। ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਵੀ ਵਕਤ ਤੁਹਾਨੂੰ ਸਹੀ ਲੱਗਦਾ ਆ ਕਿਸਾਨ ਜਥੇਬੰਦੀਆਂ ਨੂੰ, ਉਸ ਅਕੋਰਡਿੰਗ ਉਹ ਵਕਤ ਨੂੰ ਜਿਹੜਾ ਆ ਕਰ ਲੈਣ ਨਿਸ਼ਚਿਤ ਕਰਨ ਤੋਂ ਬਾਅਦ ਜਿਹੜਾ ਆ ਵੀ ਸਮਾਂ ਉਹ ਰੱਖਣਗੇ, ਉਸ ਤੇ ਅਸੀਂ ਗੱਲਬਾਤ ਕਰਾਂਗੇ। ਤੇ ਰਾਜਨਾਥ ਸਿੰਘ ਨੇ ਇਹ ਵੀ ਗੱਲ ਆਖੀ ਹੈ ਕਿ ਉਹ ਇਸ ਦਾ ਜਿਹੜਾ ਮੀਟਿੰਗ ਆ ਜਾਂ ਗੱਲਬਾਤ ਦਾ ਜਿਹੜਾ ਸੱਦਾ ਆ ਉਹ ਲਿਖਤੀ ਰੂਪ ਦੇ ਵਿੱਚ ਵੀ ਪੱਤਰ ਜਿਹੜਾ ਆ ਕਿਸਾਨਾਂ ਨੂੰ ਭੇਜ ਦੇਣਗੇ। ਤੁਹਾਨੂੰ ਮੈਂ ਦੱਸ ਦਵਾਂ ਕਿ ਜਿਹੜਾ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਹੈ, ਉਹਨੇ 26 ਤੇ 27 ਨਵੰਬਰ ਨੂੰ ਦਿੱਲੀ ਚੱਲੋ ਦਾ ਸੱਦਾ ਦਿੱਤਾ ਹੋਇਆ, ਜਿਸ ਵਿੱਚ ਹੁਣ ਜਿਹੜਾ ਪੰਜਾਬ ਜਾਂ ਹੋਰ ਕਸਬਿਆਂ ਨੂੰ ਛੱਡ ਕੇ, ਹੋਰ ਜਗ੍ਹਾ ਕੌਮੀ ਪੱਧਰਾਂ ਨੂੰ ਛੱਡ ਕੇ ਤੇ ਹੁਣ ਦਿੱਲੀ ਦਾ ਘਿਰਾਓ ਕੀਤਾ ਜਾ ਰਿਹਾ ਹੈ। ਕਿ ਦਿੱਲੀ ਦਾ ਘਿਰਾਓ ਕਰਦਿਆਂ ਹੋਇਆ ਉਹਨਾਂ ਨੇ ਜਿਹੜਾ ਚੱਕਾ ਜਾਮ ਕੀਤਾ, ਚੱਕਾ ਜਾਮ ਕਰਕੇ ਉਹਨਾਂ ਨੇ ਕਿਹਾ ਕਿ ਜਿਹੜੇ ਖੇਤੀ ਕਾਨੂੰਨ ਆ ਉਹਨੂੰ ਰੱਦ ਕਰੋ, ਤੇ ਜਿਹੜੇ ਕਾਨੂੰਨ ਆ ਉਹ ਨਹੀਂ ਚੱਲਣਗੇ, ਇਸ ਨੂੰ ਰੱਦ ਕੀਤਾ ਜਾਵੇ। ਇਸ ਦੇ ਨਾਲ ਹੀ ਜਿਹੜੇ ਮੁੱਖ ਮੰਤਰੀ, ਆਪਣੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਨੇ ਜਿਹੜੇ ਆਪਣੇ ਅਮਿਤ ਸ਼ਾਹ ਆ ਬੀਜੇਪੀ ਦੇ ਆਗੂ, ਉਹਨਾਂ ਨਾਲ ਦਰਖਾਸਤ ਵੀ ਕੀਤੀ ਹੈ ਕਿ ਜਿਹੜੀ ਟ੍ਰੇਨ ਦੀਆਂ ਪਟੜੀਆਂ ਆ ਹੁਣ ਤਾਂ ਉਹ ਖਾਲੀ ਕਰ ਦਿੱਤੀਆਂ ਗਈਆਂ ਆ, ਤੇ ਮਾਲ ਗੱਡੀਆਂ ਦੀ ਜਿਹੜੀ ਮੋੜ ਆਵਾਜਾਈ ਆ ਉਸ ਦੀ ਸ਼ੁਰੂਆਤ ਕੀਤੀ ਜਾਵੇ, ਤਾਂ ਜੋ ਕਿਉਂਕਿ ਪੰਜਾਬ ਦੇ ਵਿੱਚ ਕੋਲਾ ਮੁੱਕ ਗਿਆ ਆ, ਹੋਰ ਵੀ ਜ਼ਰੂਰੀ ਵਸਤਾਂ ਆ ਜਿਹੜੀ ਕਿ ਖਤਮ ਹੋ ਰਹੀਆਂ ਆ, ਤੇ ਉਹ ਕਹਿੰਦੇ ਪਏ ਕਿ ਜਿਹੜੀ ਆਪਾਤਕਾਲੀਨ ਸਥਿਤੀ ਨਾ ਹੋ ਜਾਏ, ਇਸ ਕਰਕੇ ਜਿਹੜੀਆਂ ਰੇਲ ਦੀਆਂ ਮਾਲ ਗੱਡੀਆਂ ਆ ਉਹਨੂੰ ਦੁਬਾਰਾ ਮੋੜ ਜਿਹੜੀ ਆਵਾਜਾਈ ਉਸ ਦੀ ਸ਼ੁਰੂਆਤ ਕੀਤੀ ਜਾਵੇ। ਹਾਲੇ ਪਿਊਸ਼ ਗੋਇਲ ਦੇ ਨਾਲ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੇ ਤੇ ਸ਼ਮਸ਼ੇਰ ਸਿੰਘ ਜੀ ਨੇ, ਉਹਨਾਂ ਨੇ ਵੀ ਮੀਟਿੰਗ ਕੀਤੀ ਸੀ ਥੋੜੇ ਦਿਨ ਪਹਿਲਾਂ। ਮੀਟਿੰਗ ਦੇ ਦੌਰਾਨ ਉਹਨਾਂ ਨੇ ਗੱਲਬਾਤ ਵੀ ਕੀਤੀ ਜਿਹੜੇ ਰੇਲ ਮੰਤਰੀ ਪਿਊਸ਼ ਗੋਇਲ ਦੇ ਨਾਲ, ਕਿ ਜਿਹੜੀ ਇਹ ਰਾਜਨੀਤੀ ਨਾ ਕੀਤੀ ਜਾਵੇ, ਕਿਉਂਕਿ ਅੰਨਦਾਤਾ ਤੇ ਪੰਜਾਬ ਦੇ ਨਾਲ ਧੱਕਾ ਵੀ ਨਾ ਕੀਤਾ ਜਾਏ, ਤੇ ਜਿਹੜੀ ਆਵਾਜਾਈ ਮਾਲ ਗੱਡੀਆਂ ਦੀ ਰੁਕੀ ਹੋਈ ਹੈ ਉਸ ਨੂੰ ਮੁੜ ਦੁਬਾਰਾ ਤੋਂ ਜਿਹੜੀ ਹੈ ਸ਼ੁਰੂਆਤ ਕੀਤੀ ਜਾਵੇ। ਤੇ ਮੁੜ ਸ਼ੁਰੂਆਤ ਕਰਨ ਦੇ ਨਾਲ ਇਹ ਹੋ ਜਾਏਗਾ ਕਿ ਜਿਹੜਾ ਕੋਲਾ ਮੁੱਕ ਗਿਆ ਆ ਤੇ ਥਰਮਲ ਬੰਦ ਪਏ ਨੇ, ਉਸ ਨਾਲ ਜਿਹੜਾ ਕੋਲੇ ਦਾ ਦੁਬਾਰਾ ਜਿਹੜੀ ਆ ਕੱਟ ਹੋਏਗਾ, ਕੋਲੇ ਦੇ ਨਾਲ ਜੇ ਕੋਲਾ ਰਹੇਗਾ ਤੇ ਤਾਂ ਹੀ ਉਹ ਜਿਹੜੇ ਆ ਪਾਵਰ ਕੱਟ ਨੇ ਉਹ ਨਹੀਂ ਲੱਗਣਗੇ। ਤੁਸੀਂ ਜਿੱਦਾਂ ਕਿ ਜਾਣਦੇ ਆ ਕਿ ਹੁਣ ਕੋਲਾ ਖਤਮ ਹੋਣ ਕਰਕੇ ਆਪਣੇ ਪੰਜਾਬ ਦੇ ਵਿੱਚ ਪਾਵਰ ਕੱਟ ਵੀ ਲੱਗਦੇ ਪਏ ਨੇ ਬਿਜਲੀ ਦੇ। ਇਸ ਕਰਕੇ ਉਹਨਾਂ ਨੂੰ ਹੁਣ ਜਿਹੜੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਤੋਂ ਜਿੰਨੇ ਵੀ ਹੈ ਰੇਲ ਪਟੜੀਆਂ ਉਹ ਖਾਲੀ ਕਰਵਾ ਲਈਆਂ, ਰੇਲ ਟਰੈਕ ਖਾਲੀ ਕਰਵਾ ਲਿਆ, ਤੇ ਹੁਣ ਤੁਸੀਂ ਮਾਲ ਗੱਡੀ ਦੀ ਜਿਹੜੀ ਆਵਾਜਾਈ ਹੈ ਉਹ ਤੁਸੀਂ ਸੁਨਿਸ਼ਚਿਤ ਕਰ ਸਕਦੇ ਆ ਤੇ ਉਹਨੂੰ ਆਵਾਜਾਈ ਨੂੰ ਮੁੜ ਸ਼ੁਰੂਆਤ ਕਰ ਸਕਦੇ ਆ। ਪਹਿਲਾਂ ਕੀ ਸੀ, ਪਿਊਸ਼ ਗੋਇਲ ਜਿਹੜੇ ਰੇਲ ਮੰਤਰੀ ਸੀ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਅਸੀਂ ਉਦੋਂ ਹੀ ਮਾਲ ਗੱਡੀਆਂ ਸ਼ੁਰੂਆਤ ਕਰਾਂਗੇ, ਮਾਲ ਗੱਡੀਆਂ ਦੀ ਮੁੜ ਆਵਾਜਾਈ ਦੀ ਸ਼ੁਰੂਆਤ ਕਰਾਂਗੇ ਜਦ ਜਿਹੜੀ ਸਾਡੀ ਮੁਲਾਜ਼ਮ ਨੇ, ਰੇਲਵੇ ਮੁਲਾਜ਼ਮ ਨੇ, ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਸੁਰੱਖਿਅਤ ਹੋਏਗੀ। ਪਹਿਲਾਂ ਤੁਸੀਂ ਇਹ ਕਰੋ ਕਿ ਧਰਨੇ ਹਟਾਓ, ਧਰਨੇ ਹਟਾਉਣ ਤੋਂ ਬਾਅਦ ਜਿਹੜੇ ਸਾਡੇ ਮੁਲਾਜ਼ਮਾਂ ਦੀ ਜ਼ਿੰਦਗੀ ਸੁਰੱਖਿਅਤ ਆ ਉਸ ਦੀ ਸੁਰੱਖਿਆ ਦਾ ਤੁਸੀਂ ਜ਼ਿੰਮੇਵਾਰੀ ਚੱਕਦੇ ਆ, ਉਸ ਤੋਂ ਬਾਅਦ ਹੀ ਅਸੀਂ ਮਾਲ ਗੱਡੀਆਂ ਦੀ ਸ਼ੁਰੂਆਤ ਕਰਾਂਗੇ। ਜਿਸ ਨੂੰ ਦੇਖਦਿਆਂ ਹੋਇਆ ਹੁਣ ਜਿਹੜੇ ਰਾਜਨਾਥ ਸਿੰਘ ਨੇ 5 ਨਵੰਬਰ ਨੂੰ ਚੱਕਾ ਜਾਮ ਹੋਇਆ ਕੌਮੀ ਪੱਧਰ ਦੇ ਉੱਤੇ, ਜਿੱਥੇ ਭਰਵਾਂ ਹੁੰਗਾਰਾ ਮਿਲਿਆ ਇਸ ਚੱਕੇ ਜਾਮ ਨੂੰ, ਜਿਸ ਨੂੰ ਸੀਰੀਅਸਲੀ ਲੈਂਦੇ ਹੋਏ ਜਿਹੜੀ ਕੇਂਦਰ ਸਰਕਾਰ ਆ ਤੇ ਉਹਨਾਂ ਨੇ ਰਾਜਨਾਥ ਜਿਹੜੇ ਕੇਂਦਰੀ ਆਪਣੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ, ਉਹਨਾਂ ਨੇ ਹੁਣ ਦਰਖਾਸਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਆ ਜਿਹੜੇ ਆਪਣੇ ਕਿਸਾਨ ਜਥੇਬੰਦੀ ਉਹਨਾਂ ਦੇ ਆਗੂਆਂ ਤੋਂ ਕਿ ਜਿਹੜੀ ਮੰਤਰੀ ਪੱਧਰ ਦੀ ਮੀਟਿੰਗ ਕੀਤੀ ਜਾਂਦੀ ਹੈ ਉਸ ਲਈ ਉਹਨਾਂ ਨੇ ਗੱਲਬਾਤ ਦਾ ਹੁਣ ਸੱਦਾ ਦਿੱਤਾ, ਤੇ ਉਹ ਕਹਿ ਰਹੇ ਆ ਕਿ ਜਿਹੜੀ ਲਿਖਤੀ ਦੇ ਵਿੱਚ ਆ ਉਹ ਵੀ ਜਿਹੜਾ ਸੱਦਾ ਆ ਉਹ ਭੇਜ ਦੇਣਗੇ। ਇਸ ਖਬਰ ਦੇ ਵਿੱਚ ਇਹ ਹੈ। ਇਸ ਦੇ ਨਾਲ ਹੀ ਹੁਣ ਅਸੀਂ ਵਧਦੇ ਹਾਂ ਅਗਲੀ ਹੈਡਲਾਈਨ ਵੱਲ ਕਿ ਅਗਲੀ ਹੈਡਲਾਈਨ ਕਿਹੜੀ ਹੈ ਤੇ ਉਸ ਦੀ ਖਬਰ ਦਾ ਵੇਰਵਾ ਕੀ ਹੈ। ਜੀ, ਅਗਲੀ ਹੈਡਲਾਈਨ ਹੈ ਬਾਈਡਨ ਵੱਲੋਂ ਅਮਰੀਕਾ ਦੀ ਇਕਜੁੱਟਤਾ ਦਾ ਹਲਫ। ਜਿੱਦਾਂ ਕਿ ਤੁਸੀਂ ਜਾਣਦੇ ਆ ਕਿ ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਚੱਲੀ ਹੈ, ਜਿਸ ਵਿੱਚ ਜਿਹੜੇ ਆਪਣੇ ਜੋ ਬਾਈਡਨ ਤੇ ਟਰੰਪ ਜਿਹੜੇ ਹੈ ਡੋਨਲਡ ਟਰੰਪ, ਉਹਨਾਂ ਦੇ ਦੋਨਾਂ ਦੇ ਵਿਚਕਾਰ ਜਿਹੜੀ ਹੈ ਇਹ ਚੱਲੀ ਸੀ ਰਾਸ਼ਟਰਪਤੀ ਚੋਣ ਨੂੰ ਲੈ ਕੇ, ਜਿਸ ਵਿੱਚ ਜਿਹੜੇ ਜੋ ਬਾਈਡਨ ਨੇ ਉਹ
ਉਹਨਾਂ ਨੇ ਜਿੱਤ ਫਤਿਹ ਕਰ ਲਈ ਹੈ ਤੇ ਉਹ ਰਾਸ਼ਟਰਪਤੀ ਬਣ ਚੁੱਕੇ ਨੇ। ਤੇ ਇਹ ਬਹੁਤ ਇਤਿਹਾਸਕ ਦੇਖਿਆ ਗਿਆ ਹੈ ਪਹਿਲੀ ਵਾਰ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜੇ ਮਤ ਸੀਗੇ ਉਹ ਮਿਲੇ ਸੀਗੇ ਆਪਣੇ ਕੀ ਕਹਿੰਦੇ, ਸਭ ਤੋਂ ਜ਼ਿਆਦਾ ਜਿਹੜੇ ਮਤ ਆ ਉਹ ਜੋ ਬਾਈਡਨ ਨੂੰ ਮਿਲੇ ਆ। ਤੇ ਇਹ ਬਹੁਤ ਇਤਿਹਾਸਕ ਕਿਹਾ ਗਿਆ ਕਿ ਇੰਨੇ ਮਤਾਂ ਦੇ ਨਾਲ ਕੋਈ ਵੀ ਅੱਜ ਤੱਕ ਰਾਸ਼ਟਰਪਤੀ ਹੈ ਜਿਹਨੇ ਜਿੱਤ ਨਹੀਂ ਦਰਜ ਕੀਤੀ ਹੈ, ਸਿਰਫ ਇਹ ਜੋ ਬਾਈਡਨ ਨੇ ਜਿਨ੍ਹਾਂ ਨੇ ਜਿੱਤ ਹਾਸਲ ਕੀਤੀ ਹੈ। ਉਸ ਤੋਂ ਬਾਅਦ ਜਿਹੜੇ ਡੋਨਲਡ ਟਰੰਪ ਨੇ, ਪਹਿਲਾਂ ਤਾਂ ਉਹ ਜਿਹੜੇ ਪੋਲਿੰਗ ਬੂਥ ਦੇ ਜਿਹੜੇ ਵੋਟ ਸੀਗੇ ਉਹਦੇ ਵਿੱਚ ਜਿੱਤ ਰਹੇ ਸੀਗੇ, ਅੱਗੇ ਸੀਗੇ, ਪਰ ਅਚਾਨਕ ਹੀ ਹੁਣ ਇਹ ਚੀਜ਼ ਦੇਖੀ ਗਈ ਹੈ ਕਿ ਜਿਹੜੇ ਜੋ ਬਾਈਡਨ ਕਿੱਦਾਂ ਜਿੱਤ ਹਾਸਿਲ ਕਰ ਲਈ। ਜੇ ਪੋਲਿੰਗ ਬੂਥ ਦੇ ਵੋਟਾਂ ਦੇ ਵਿੱਚ ਡੋਨਲਡ ਟਰੰਪ ਅੱਗੇ ਚੱਲਦੇ ਪਏ ਸੀਗੇ ਤੇ ਇਹਨਾਂ ਨੇ ਕਿੱਦਾਂ ਜਿੱਤ ਹਾਸਿਲ ਕਰ ਲਈ। ਤੁਹਾਨੂੰ ਅਸੀਂ ਦੱਸ ਦਈਏ ਕਿ ਮਿਸ਼ੀਗਨ ਤੇ ਹੋਰ ਦੇ ਜਿਹੜੇ ਸੂਬੇ ਹੈ ਉਹਦੇ ਵਿੱਚ ਜਦੋਂ ਵੋਟ ਦੀ ਗਿਣਤੀ ਸਟਾਰਟ ਹੋਈ, ਪੋਲਿੰਗ ਬੂਥ ਦੀ ਜਿਹੜੀ ਵੋਟਾਂ ਦੀ ਗਿਣਤੀ ਹੈ ਉਹ ਸਟਾਰਟ ਹੋਈ, ਤਾਂ ਉਸ ਵਿੱਚ ਪਹਿਲਾਂ ਲੋਕਾਂ ਨੇ ਵੋਟ ਪਾਈਆਂ ਤੇ ਵੋਟ ਪਾਉਣ ਤੋਂ ਬਾਅਦ ਜਿਹੜੀ ਉਸ ਦੀ ਗਿਣਤੀ ਦੀ ਸ਼ੁਰੂਆਤ ਹੋਈ ਹੈ ਤਾਂ ਉਸ ਵਿੱਚ ਜਿਹੜੇ ਡੋਨਲਡ ਟਰੰਪ ਨੇ ਪੂਰ ਰਾਸ਼ਟਰਪਤੀ ਉਹ ਜਿਹੜੇ ਸੀਗੇ ਅੱਗੇ ਚੱਲਦੇ ਪਏ ਸੀ, ਪਰ ਅਚਾਨਕ ਹੀ ਲਾਸਟ ਦੇ ਵਿੱਚ ਜਿਹੜੀ ਜਿੱਤ ਆ ਉਹ ਕੀ ਕਹਿੰਦੇ ਜੋ ਬਾਈਡਨ ਨੇ ਦਰਜ ਕਰ ਲਈ। ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹ ਜੋ ਬਾਈਡਨ ਹੈ ਇਹ ਜਿੱਤੇ ਕਿਸ ਤਰੀਕੇ ਨਾਲ। ਇਹ ਦੋ ਤਰੀਕੇ ਦੀ ਜਿਹੜੀ ਪ੍ਰਕਿਰਿਆ ਆ ਉਹ ਅਮਰੀਕਾ ਦੇ ਵਿੱਚ ਚੱਲੀ ਹੈ। ਪਹਿਲੀ ਪ੍ਰਕਿਰਿਆ ਚੱਲੀ ਹੈ ਆਪਣੀ ਮੇਲ ਇਨ ਦੇ ਨਾਲ, ਪੋਲਿੰਗ ਬੂਥ ਦੇ ਉੱਤੇ ਵੋਟਿੰਗ ਦੇ ਨਾਲ, ਤੇ ਦੂਸਰੀ ਸੀਗੀ ਮੇਲ ਇਨ ਵੋਟ। ਜੀ ਹੁਣ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਮੇਲ ਇਨ ਵੋਟ ਹੁੰਦੀ ਕੀ ਹੈ। ਮੇਲ ਇਨ ਵੋਟ ਇਹ ਹੈ ਕਿ ਡਾਕ ਰਾਹੀਂ ਪੋਸਟ ਕੀਤੀ ਹੋਈ ਵੋਟ, ਇਸ ਦੀ ਜਿਹੜੀ ਰਜਿਸਟ੍ਰੇਸ਼ਨ ਸੀਗੀ ਉਸ ਦਾ ਟਾਈਮ ਰੱਖਿਆ ਗਿਆ ਸੀ 1 ਮਹੀਨੇ ਪਹਿਲੇ ਦਾ, ਕਿ ਜਿੰਨੇ ਵੀ ਮੇਲ ਇਨ ਦੇ ਥਰੂ ਵੋਟ ਕਰਨੀ ਹੈ ਜਾਂ ਮਤਲਬ ਡਾਕ ਰਾਹੀਂ ਪੋਸਟ ਕਰਨੀ ਹੈ ਕਰੋਨਾ ਨੂੰ ਦੇਖਦੇ ਹੋਏ, ਕਰੋਨਾ ਮਹਾਮਾਰੀ ਦੇ ਚੱਲਦਿਆਂ, ਤੇ ਉਹ ਪਹਿਲਾਂ 1 ਮਹੀਨੇ ਪਹਿਲਾਂ ਰਜਿਸਟ੍ਰੇਸ਼ਨ ਕਰਵਾਏਗਾ। ਤੇ ਜਿਹੜੇ ਇਹ ਆਪਣੇ ਜੋ ਬਾਈਡਨ ਦੇ ਜਿਹੜੇ ਸਮਰਥਕ ਸੀਗੇ ਉਹਨਾਂ ਨੇ ਡੈਮੋਕ੍ਰੈਟਿਕ ਆਗੂ ਜਿਹੜੇ ਜੋ ਬਾਈਡਨ ਨੇ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਸਮਰਥਕ ਸੀ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਜੋ ਵੀ ਜੋ ਬਾਈਡਨ ਨੂੰ ਵੋਟ ਪਾਉਣਾ ਚਾਹੁੰਦੇ ਆ ਉਹ ਪਹਿਲਾਂ ਮੇਲ ਇਨ ਵੋਟ ਦੇ ਥਰੂ ਵੋਟ ਪਾਉਣ। ਤੇ ਮੇਲ ਇਨ ਵੋਟ ਦੇ ਥਰੂ ਜਿਹੜੇ ਉਹਨਾਂ ਦੇ ਸਮਰਥਕ ਸੀਗੇ ਉਹਨਾਂ ਨੇ ਬਹੁਤ ਜਿਹੜੀ ਸਾਰੇ ਤਕਰੀਬਨ ਜ਼ਿਆਦਾ ਵੋਟ ਪਾਈ। ਜਦੋਂ ਪੋਲਿੰਗ ਬੂਥ ਦੀ ਗਿਣਤੀ ਆਈ ਵੋਟਾਂ ਦੀ ਤੇ ਉਹਦੇ ਵਿੱਚ ਤਾਂ ਟਰੰਪ ਅੱਗੇ ਸੀ, ਪਰ ਜਦੋਂ ਮੇਲ ਇਨ ਵੋਟ ਦੀ ਗਿਣਤੀ ਸਟਾਰਟ ਹੋਈ ਤੇ ਉਹ ਯਕਦਮ ਹੀ ਉਹਦੇ ਵਿੱਚ ਜੋ ਬਾਈਡਨ ਅੱਗੇ ਆ ਗਏ ਤੇ ਜੋ ਬਾਈਡਨ ਦੀ ਜਿਹੜੀ ਇਸ ਨਾਲ ਹੀ ਜਿੱਤ ਹਾਸਲ ਕੀਤੀ ਹੈ। ਤੇ ਹੁਣ ਉਹਨਾਂ ਨੇ ਰਾਸ਼ਟਰਪਤੀ ਦੀ ਸ਼ਪਥ ਜਿਹੜੀ ਉਹ ਗ੍ਰਹਿਣ ਕਰ ਲਿਆ। ਸ਼ਪਥ ਗ੍ਰਹਿਣ ਕਰਕੇ ਉਹਨਾਂ ਨੇ ਕਸਮ ਚੱਕਦਿਆਂ ਹੋਇਆ ਕੁਝ ਚੀਜ਼ਾਂ ਵੱਲ ਕਿਹਾ ਹੈ ਕਿ ਅਸੀਂ ਕੋਵਿਡ-19 ਦੇ ਟਾਕਰੇ ਦੇ ਲਈ ਹਰ ਸੰਭਵ ਯਤਨ ਕਰਨਗੇ। ਉਹ ਕਹਿੰਦੇ ਕਿ ਕਰੋਨਾ ਮਹਾਮਾਰੀ ਚੱਲਦੀ ਪਈ ਹੈ ਤੇ ਅਮਰੀਕਾ ਦੇ ਤੁਸੀਂ ਜਿੱਦਾਂ ਕਿ ਜਾਣਦੇ ਆ ਕਿ ਕਰੋਨਾ ਮਹਾਮਾਰੀ ਦੇ ਚੱਲਦੇ ਜਿਹੜਾ ਅਮਰੀਕਾ ਦੇ ਵਿੱਚ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਜਿਹੜੀ ਆ ਤਰਾਸਦੀ ਝੱਲਣੀ ਪਈ ਹੈ, ਜਾਨਾਂ ਦੀ ਤਰਾਸਦੀ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਜਿਹੜਾ ਆ ਉੱਥੇ ਤੁਹਾਨੂੰ ਪਤਾ ਜਾਨੀ ਮਾਲ ਦਾ ਜਿਹੜਾ ਹੈ ਨੁਕਸਾਨ ਹੋਇਆ। ਤੇ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਿਹੜੇ ਕੋਵਿਡ-19 ਦੇ ਵਿੱਚ ਮਹਾਮਾਰੀ ਦੇ ਵਿੱਚ ਜੋ ਵੀ ਦਿੱਕਤ ਪਰੇਸ਼ਾਨੀ ਹੋਏਗੀ ਜਾਂ ਜੋ ਵੀ ਉਸ ਦੇ ਇਲਾਜ ਨੂੰ ਲੈ ਕੇ ਚੱਲੇਗਾ ਉਸ ਪ੍ਰਕਿਰਿਆ ਉੱਤੇ ਉਹ ਪੂਰੇ ਸੰਭਵ ਯਤਨ ਕਰਨਗੇ ਕਿ ਕਰੋਨਾ ਮਹਾਮਾਰੀ ਜਿਹੜੀ ਹੈ ਉੱਥੇ ਨਾ ਫੈਲੇ। ਉਸ ਤੋਂ ਬਾਅਦ ਹੀ ਉਹਨਾਂ ਨੇ ਇਸ ਦੇ ਨਾਲ ਹੀ ਜਿਹੜੇ ਟਰੰਪ ਹਿਮਾਇਤਾਂ ਲਈ ਵੀ ਰਾਸ਼ਟਰਪਤੀ ਵਜੋਂ ਕੰਮ ਕਰਨ ਦੀ ਉਹਦੇ ਲਈ ਵੀ ਉਹਨਾਂ ਨੇ ਅਹਿਦ ਕੀਤੀ ਹੈ, ਅਹਿਦ ਦੁਹਰਾਇਆ ਆ। ਇਸ ਦੇ ਨਾਲ ਹੀ ਉਹਨਾਂ ਨੇ ਧੰਨਵਾਦ ਕੀਤਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਭਾਰਤੀ ਅਮਰੀਕੀ ਦੇ ਜਿਹੜੇ ਰਿਸ਼ਤਿਆਂ ਦੀ ਮਜ਼ਬੂਤੀ ਹੈ ਉਹ ਜਿਹੜੇ ਜੋ ਬਾਈਡਨ ਹੈ ਉਹ ਜੋ ਬਾਈਡਨ ਦੀ ਜਿਹੜੀ ਪ੍ਰਸ਼ਾਸਨ ਹੈ ਉਸ ਨੂੰ ਸਿਖਰਲੀ ਦਰਜਾ ਦੇਣਗੇ। ਇਸ ਤੋਂ ਬਾਅਦ ਹੀ ਤੁਸੀਂ ਜਿੱਦਾਂ ਕਿ ਜਾਣਦੇ ਆ ਕਿ ਜਿਹੜੇ ਉਪ ਰਾਸ਼ਟਰਪਤੀ ਦੀ ਜਿਹੜੀ ਪਦਵੀ ਹੈ ਉਹ ਮਿਲੀ ਹੈ ਕਮਲਾ ਹੈਰਿਸ ਨੂੰ। ਉਹ ਤੁਹਾਨੂੰ ਪਤਾ ਹੈ ਕਿ ਜਿਹੜੀ ਭਾਰਤੀ ਮੂਲ ਦੀ ਮਹਿਲਾ ਆ ਜਿਸ ਨੂੰ ਲੈ ਕੇ ਭਾਰਤੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ਹਾਲੀ ਦੇਖੀ ਗਈ ਹੈ ਕਿ ਸਾਡੇ ਜਿਹੜੀ ਭਾਰਤੀ ਮੂਲ ਦੀ ਪਹਿਲੀ ਲੇਡੀ ਹੈ ਕਮਲਾ ਹੈਰਿਸ ਜਿਹੜੀ ਕਿ ਇਸ ਪਦਵੀ ਦੇ ਉੱਤੇ ਨਿਯੁਕਤ ਹੋਈ ਹੈ। ਤੇ ਉਸ ਤੋਂ ਬਾਅਦ ਇਹਦੇ ਨਾਲ ਹੀ ਜੋ ਬਾਈਡਨ ਨੇ ਇੱਕ ਬੜੀ ਜਿਹੜੀ ਮੁੱਖ ਗੱਲ ਸਾਹਮਣੇ ਰੱਖੀ ਹੈ, ਉਹਨਾਂ ਨੇ ਕਿਹਾ ਕਿ ਜਿਹੜੇ 1.1 ਕਰੋੜ ਜਿਹੜੇ ਲੋਕੀ ਪ੍ਰਵਾਸੀ ਅਮਰੀਕਾ ਦੇ ਵਿੱਚ ਰਹਿ ਰਹੇ ਆ ਉਹ ਉਸ ਨੂੰ ਕਹਿੰਦੇ ਆ ਕਿ ਅਸੀਂ ਉਹਨਾਂ ਨੂੰ ਸਿਟੀਜ਼ਨਸ਼ਿਪ ਦੇਵਾਂਗੇ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜੇ 5 ਲੱਖ ਲੋਕ ਨੇ ਉਹ ਆਪਣੇ ਭਾਰਤੀ ਮੂਲ ਦੇ ਲੋਕ ਹੈ ਜਿਹੜੇ ਕਿ ਉੱਥੇ ਅਮਰੀਕਾ ਵਿੱਚ ਰਹਿ ਰਹੇ ਆ। ਤੇ ਇਸ ਦੇ ਨਾਲ ਬਹੁਤ ਵਧੀਆ ਗੱਲ ਹੈ ਕਿ ਜਿਹੜੇ ਆਪਣੇ 5 ਲੱਖ ਭਾਰਤੀ ਹੈ ਉਹਨਾਂ ਨੂੰ ਆਉਣ ਵਾਲੇ ਸਾਲ ਦੇ ਵਿੱਚ ਜਿਹੜੀ ਹੈ ਸਿਟੀਜ਼ਨਸ਼ਿਪ ਮਿਲ ਸਕਦੀ ਹੈ। ਇਹ ਜੋ ਬਾਈਡਨ ਨੇ ਆਪਣੇ ਦਾਅਵੇ ਦੇ ਵਿੱਚ ਕਿਹਾ। ਇਸ ਦੇ ਨਾਲ ਹੀ ਜਿਹੜਾ H1B ਵੀਜ਼ਾ ਆ ਉਸ ਉੱਤੇ ਮੈਂ ਦੱਸਣਾ ਚਾਹਾਂਗੀ ਕਿ ਜਿਹੜੇ H1B ਵੀਜ਼ਾ ਨੂੰ ਲੈ ਕੇ ਡੋਨਲਡ ਟਰੰਪ ਨੇ ਬਹੁਤ ਜਿਹੀਆਂ ਅਟਕਲਾਂ ਲਗਾਈਆਂ ਹੋਈਆਂ ਸੀ, ਨਵੇਂ ਰੂਲ ਲਾਗੂ ਕਰ ਦਿੱਤੇ ਸੀਗੇ। ਉਸ ਉੱਤੇ ਵੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਅਸੀਂ ਇਸ ਨੂੰ ਹੋਰ ਜਿਹੜਾ ਆ ਜਿਹੜੇ H1B ਦੇ ਜਿਹੜੇ ਉਸਦੇ ਰੂਲਸ ਨੇ ਉਸ ਨੂੰ ਅਸੀਂ ਇੰਪਰੂਵ ਕਰਾਂਗੇ, ਉਸ ਨੂੰ ਇੰਪਰੂਵ ਕਰਕੇ ਜਿਹੜੇ ਨਵੇਂ ਰੂਲ ਨੇ ਉਹਨਾਂ ਨੂੰ ਲਾਗੂ ਕਰਾਂਗੇ ਤਾਂ ਜੋ H1B ਵੀਜ਼ਾ ਜਿਹੜਾ ਆ ਲੋਕਾਂ ਨੂੰ ਵੱਧ ਤੋਂ ਵੱਧ ਮਿਲ ਸਕੇ। ਇਸ ਦੇ ਨਾਲ ਹੀ ਆਪਾਂ ਹੁਣ ਅਗਲੀ ਹੈਡਲਾਈਨ ਵੱਲ ਵਧਦੇ ਹਾਂ ਕਿ ਅਗਲੀ ਖਬਰ ਕਿਹੜੀ ਹੈ। ਅਖਬਾਰ ਵਿੱਚ ਜਿਹੜੀ ਅਗਲੀ ਖਬਰ ਆ ਉਹ ਹੈ ਭਾਰਤ ਤੇ ਚੀਨ ਨੂੰ ਲੈ ਕੇ। ਭਾਰਤ ਤੇ ਚੀਨ ਵੱਲੋਂ ਫੌਜੀ ਗੱਲਬਾਤ ਦਾ ਜਿਹੜਾ 8ਵਾਂ ਗੇੜ ਹੈ ਉਹ ਉਸਾਰੂ ਕਰਾਰ ਹੋਇਆ। ਜੀ ਹਾਂ, ਕਿ ਜਿਹੜੇ 8ਵੇਂ ਗੇੜ ਦੀ ਤੁਹਾਨੂੰ ਤੁਸੀਂ ਕਿ ਜਿੱਦਾਂ ਜਾਣਦੇ ਹੀ ਆ ਕਿ ਆਪਣੇ ਕੀ ਕਹਿੰਦੇ ਭਾਰਤ ਦੇ ਵਿੱਚ ਜਿਹੜਾ ਲੱਦਾਖ ਪੂਰਬੀ ਲੱਦਾਖ ਦੇ ਵਿੱਚ ਜਿਹੜੀ ਹੈ ਆਪਣੇ ਪੰਜਾਬ ਦੀ ਤੇ ਚੀਨ ਦੀ ਤਣੋ ਤਣੀ ਚੱਲਦੀ ਪਈ ਆ ਆਪਸ ਦੇ ਵਿੱਚ ਫੌਜੀਆਂ ਦੀ। ਉਸ ਤਣੋ ਤਣੀ ਨੂੰ ਦੇਖਦੇ ਹੋਏ ਆਪਸ ਦੇ ਵਿੱਚ ਟਕਰਾਅ
ਵੀ ਹੋ ਰਹੇ ਆ, ਜਿਸ ਦੇ ਨਾਲ ਬਹੁਤ ਤਣਾਅ ਵੀ ਚੱਲ ਰਿਹਾ ਹੈ ਕਾਫੀ ਸਮੇਂ ਤੋਂ, ਜਿਸ ਨੂੰ ਲੈ ਕੇ ਜਿਹੜੇ ਇੰਡੀਆ ਦੇ ਵਿੱਚ ਆਪਣੇ ਭਾਰਤ ਦੇ ਵਿੱਚ ਆ ਉਹ ਬਾਈਕਾਟ ਵੀ ਕਰਦੇ ਪਏ ਆ, ਚਾਈਨੀਜ਼ ਮਾਲ ਨੂੰ ਬਾਈਕਾਟ ਕੀਤਾ ਗਿਆ। ਇਹੀ ਸਭ ਚੀਜ਼ਾਂ ਨੂੰ ਦੇਖਦਿਆਂ ਹੋਇਆ ਪਰ ਉਸ ਦੀ ਹੁਣ 8ਵੇਂ ਗੇੜ ਦੀ ਜਿਹੜੀ ਮੀਟਿੰਗ ਹੋਈ ਆ ਚਸ਼ੁਲ ਦੇ ਵਿੱਚ ਮੀਟਿੰਗ ਹੋ ਕੇ ਇਹ ਗੱਲਬਾਤ ਉਹਨਾਂ ਦੇ ਜਿਹੜੀ ਉਹਨਾਂ ਦੇ ਆਗੂ ਆ ਆਰਮੀ ਦੇ ਤੇ ਜਿਹੜੇ ਆਪਣੇ ਆਰਮੀ ਦੇ ਆਗੂ ਉਹਨਾਂ ਦੇ ਵਿਚਕਾਰ ਦਰਮਿਆਨ ਜਿਹੜੇ ਆ ਸਰਹੱਦ ਦੇ ਉੱਤੇ ਟੈਨਸ਼ਨ ਨੂੰ ਲੈ ਕੇ ਤਣਾਅ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ ਤੇ ਉਸ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਆਪਣੇ ਫੌਜ ਨੇ ਸਰਹੱਦ ਦੇ ਉੱਤੇ ਜਿਹੜੇ ਉੱਚੀ ਖੇਤਰਾਂ ਦੇ ਉੱਤੇ ਜਿਹੜੇ ਆਪਣੇ ਫੌਜ ਤੈਨਾਤ ਨੇ ਉਹਨਾਂ ਦੋਨਾਂ ਫੌਜਾਂ ਦੇ ਜਿਹੜੇ ਫੌਜੀ ਨੇ ਉਹਨਾਂ ਨੂੰ ਸੰਜਮ ਰੱਖਣਾ ਪਏਗਾ, ਆਪਸ ਦੇ ਵਿੱਚ ਅੰਡਰਸਟੈਂਡਿੰਗ ਦੇ ਨਾਲ ਚੱਲਣਾ ਪਏਗਾ ਤਾਂ ਜੋ ਕੋਈ ਤਣਾਅ ਨਾ ਪੈਦਾ ਹੋ ਸਕੇ ਤੇ ਕੋਈ ਵੀ ਉਹਨਾਂ ਨੇ ਕਿਹਾ ਹੈ ਕਿ ਗਲਤਫਹਿਮੀ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ। ਆਪਸ ਦੇ ਵਿੱਚ ਦੋਨਾਂ ਦੇ ਜਿਹੜੇ ਫੌਜੀ ਨੇ ਉਹ ਰਲ ਮਿਲ ਕੇ ਸਰਹੱਦ ਦੇ ਉੱਤੇ ਪ੍ਰੈਜ਼ੈਂਟ ਰਹਿਣ ਪਰ ਜਿਹੜੇ ਆਪਸ ਦੇ ਵਿੱਚ ਗਲਤਫਹਿਮੀ ਨਾ ਪੈਦਾ ਕਰਨ ਜਿਸ ਨਾਲ ਤਣਾਅ ਉਤਪੰਨ ਹੋਵੇ ਤੇ ਉਸ ਤੋਂ ਬਾਅਦ ਜਿਹੜਾ ਉਹ ਯੁੱਧ ਦਾ ਰੂਪ ਲੈ ਲੇ। ਤੇ ਇਸ ਦੇ ਨਾਲ ਹੀ ਪਰ ਇਸ ਮੀਟਿੰਗ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਵਾਂ ਕਿ ਕੋਈ ਫੌਜੀਆਂ ਨੂੰ ਜਿਹੜੇ ਚੀਨ ਦੇ ਫੌਜੀ ਨੇ ਉਹਨਾਂ ਨੂੰ ਪਿੱਛੇ ਹਟਣ ਨੂੰ ਲੈ ਕੇ ਕੋਈ ਵੀ ਇੱਕ ਜਿਹੜੀ ਕਠੋਰ ਜਾਂ ਠੋਸ ਜਿਹੜੀ ਸਫਲਤਾ ਹੁੰਦੀ ਹੈ ਉਹ ਇਸ ਮੀਟਿੰਗ ਦੇ ਵਿੱਚ ਹਾਲੇ ਤੱਕ ਨਹੀਂ ਮਿਲੀ ਹੈ। ਫਿਲਹਾਲ ਦੋਨਾਂ ਨੇ ਕਿਹਾ ਆ, ਇੱਥੇ ਬਿਆਨ ਜਿਹੜੇ ਆਏ ਆ ਆਪਣੇ ਭਾਰਤ ਵੱਲੋਂ ਵੀ ਬਿਆਨ ਆਇਆ, ਬੀਜਿੰਗ 'ਚ ਵੀ ਬਿਆਨ ਆਇਆ, ਦੋਨੋਂ ਬਿਆਨਾਂ ਦੇ ਵਿੱਚ ਦੋਨਾਂ ਦੇ ਜਿਹੜੇ ਫੌਜੀ ਆਗੂ ਨੇ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਚੀਨ ਤੇ ਭਾਰਤ ਜਿਹੜਾ ਉੱਚੀ ਖੇਤਰਾਂ ਦੇ ਉੱਤੇ ਲੱਦਾਖ ਦੇ ਪ੍ਰੈਜ਼ੈਂਟ ਨੇ ਉਹ ਰਹਿਣਗੇ ਉੱਥੇ ਹੀ ਪਰ ਇਹ ਹੈ ਕਿ ਆਪਸ ਦੇ ਵਿੱਚ ਸੰਜਮ ਰੱਖਣਗੇ, ਫੌਜੀ ਆਪਸ ਦੇ ਵਿੱਚ ਸੰਜਮ ਰੱਖਦੇ ਹੋਏ ਕੋਈ ਵੀ ਇੱਦਾਂ ਦੀ ਗਲਤਫਹਿਮੀ ਦੇ ਵਿੱਚ ਨਹੀਂ ਫਸਣਗੇ ਜਿਸ ਨਾਲ ਉਹਨਾਂ ਦੇ ਵਿੱਚ ਆਪਸੀ ਜਿਹੜਾ ਆ ਟਕਰਾਅ ਉਤਪੰਨ ਹੋਵੇ ਤੇ ਉਹ ਤਣਾਅ ਉਤਪੰਨ ਹੋਵੇ ਜਿਸ ਨਾਲ ਆਪਸੀ ਜਿਹੜੀ ਆ ਉਹਨਾਂ ਦੀ ਲੜਾਈ ਹੋਵੇ। ਇਹ ਗੱਲ ਜਿਹੜੀ ਹੈ ਇਸ ਮੀਟਿੰਗ ਦੇ ਵਿੱਚ ਆਈ ਹੈ। ਉਸ ਦੇ ਨਾਲ ਹੀ ਅਗਲੀ ਖਬਰ ਵੱਲ ਅਸੀਂ ਵਧਦੇ ਹਾਂ। ਤੁਹਾਨੂੰ ਅਸੀਂ ਦੱਸ ਦਈਏ ਕਿ ਹਰੀਸ਼ ਰਾਵਤ ਦਾ ਪੰਜਾਬ ਦੌਰਾ ਅੱਜ ਤੋਂ ਸ਼ੁਰੂ ਹੋ ਚੁੱਕਿਆ ਹੈ। ਤੁਹਾਨੂੰ ਮੈਂ ਦੱਸ ਦਵਾਂ ਕਿ ਜਿਹੜੇ ਕਾਂਗਰਸ ਦੇ ਪ੍ਰਧਾਨ ਜਿਹੜੇ ਪੰਜਾਬ ਮਾਮਲਿਆਂ ਦੇ ਪ੍ਰਧਾਨ ਹੈ ਤੇ ਆਪਣੇ ਉੱਤਰਾਖੰਡ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਹਰੀਸ਼ ਰਾਵਤ ਉਹ ਪੰਜਾਬ ਪਹੁੰਚ ਚੁੱਕੇ ਆ ਆਪਣੇ 3 ਦੌਰਿਆਂ ਦੇ ਲਈ। ਤੁਹਾਨੂੰ ਅਸੀਂ ਦੱਸ ਦਈਏ ਕਿ ਉੱਥੇ ਟਰੈਕਟਰ ਰੈਲੀ ਹੋਣੀ ਆ ਸਟਾਰਟ। ਟਰੈਕਟਰ ਰੈਲੀ ਨੂੰ ਦੇਖਦਿਆਂ ਹੋਇਆ ਟਰੈਕਟਰ ਰੈਲੀ ਵਿੱਚ ਉਹ ਹਿੱਸਾ ਲੈਣਗੇ ਜਿਸ ਤੋਂ ਬਾਅਦ ਸਭ ਤੋਂ ਪਹਿਲਾਂ ਉਹ 3 ਤੋਂ 6 ਵਜੇ ਲੁਧਿਆਣਾ ਪਹੁੰਚਣਗੇ। ਲੁਧਿਆਣਾ ਦੇ ਵਿੱਚ 3 ਤੋਂ 6 ਵਜੇ ਤੱਕ ਉਹਨਾਂ ਦੀ ਮੀਟਿੰਗ ਹੋਏਗੀ। ਮੀਟਿੰਗ ਹੋਣ ਤੋਂ ਬਾਅਦ ਜਿਹੜੇ ਵਰਕਰਸ ਨੇ ਉਹਨਾਂ ਨਾਲ ਮੀਟਿੰਗ ਕੀਤੀ ਜਾਏਗੀ। ਮੀਟਿੰਗ ਕਰਨ ਤੋਂ ਬਾਅਦ ਫਿਰ ਉਹ ਜਲੰਧਰ ਜਾਣਗੇ। ਜਲੰਧਰ ਜਾਣ ਤੋਂ ਬਾਅਦ ਹੀ ਉਹ ਪਾਰਟੀ ਵਰਕਰਾਂ ਦੇ ਨਾਲ ਮੁਲਾਕਾਤ ਕਰਨਗੇ। ਜਲੰਧਰ ਜਾਣ ਤੋਂ ਬਾਅਦ ਫਿਰ ਉਹ ਆਣਗੇ ਮੁੜ ਚੰਡੀਗੜ੍ਹ ਦੇ ਵਿੱਚ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਸੁਨੀਲ ਜਾਖੜ ਤੇ ਹੋਰ ਕਾਂਗਰਸੀ ਆਗੂਆਂ ਦੇ ਨਾਲ ਮੀਟਿੰਗ ਕਰਨਗੇ ਤੇ ਜਿਹੜਾ ਖੇਤੀ ਕਾਨੂੰਨ ਬਿੱਲ ਆ ਤੇ ਉਸ ਤੋਂ ਸੰਬੰਧਿਤ ਹੋਰ ਵੀ ਚੀਜ਼ਾਂ ਨੇ ਉਹਨਾਂ ਤੋਂ ਰਿਲੇਟਡ ਜਿਹੜੇ ਆ ਉਹ ਸੁਲਝਾਉਣ ਵਾਸਤੇ ਆਪਸ ਦੇ ਵਿੱਚ ਮੀਟਿੰਗ ਕਰਨਗੇ ਕਿ ਇਸ ਮਸਲੇ ਨੂੰ ਸੁਲਝਾਇਆ ਜਾਵੇ। ਤੇ ਇਹ ਜਿਹੜੇ ਤਿੰਨ ਦੌਰੇ ਆ ਉਸ ਦੀ ਸ਼ੁਰੂਆਤ ਜਿਹੜੀ ਪੰਜਾਬ ਦੇ ਵਿੱਚ ਹਰੀਸ਼ ਰਾਵਤ ਦੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਅਰਨਬ ਗੋਸਵਾਮੀ ਦੀ ਜਿਹੜੀ ਹੈ ਅੰਤਰਿਮ ਜ਼ਮਾਨਤ ਜਿਹੜੀ ਅੰਤਰਿਮ ਜ਼ਮਾਨਤ ਦੀ ਅਰਜ਼ੀ ਉਸ ਦੇ ਉੱਤੇ ਸੁਣਵਾਈ ਅੱਜ। ਤੁਹਾਨੂੰ ਮੈਂ ਦੱਸ ਦੇਵਾਂ ਕਿ 2018 ਦੇ ਵਿੱਚ ਜਿਹੜੇ ਅਰਨਬ ਗੋਸਵਾਮੀ ਨੇ ਐਡੀਟਰ ਇਨ ਚੀਫ ਰਿਪਬਲਿਕਨ ਭਾਰਤ ਨਿਊਜ਼ ਚੈਨਲ ਦੇ ਉਹਨਾਂ ਨੂੰ ਜਿਹੜਾ ਆ ਹਿਰਾਸਤ ਵਿੱਚ ਲੈ ਲਿਆ ਗਿਆ। 2018 ਦੇ ਵਿੱਚ ਇੰਟੀਰੀਅਰ ਡਿਜ਼ਾਈਨਰ ਨੂੰ ਜਾਨੋਂ ਮਾਰਨ ਦੇ ਲਈ ਉਕਸਾਉਣ ਦੀ ਜਿਹੜਾ ਦੋਸ਼ ਆ ਉਹ ਅਰਨਬ ਗੋਸਵਾਮੀ ਦੇ ਉੱਤੇ ਲੱਗਾ ਹੋਇਆ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਆ ਕਿ ਜਿਹੜੀ ਉਸ ਨੂੰ ਲੈ ਕੇ ਅੰਤਰਿਮ ਜ਼ਮਾਨਤ ਜਿਹੜੇ ਉਹਨਾਂ ਦੇ ਨਾਲ 2 ਹੋਰ ਗ੍ਰਿਫਤਾਰ ਹੋਏ ਸੀਗੇ ਦੋਸ਼ੀ ਜਿਸ ਵਿੱਚ ਉਹਨਾਂ ਦਾ ਨਾਂ ਆ ਫਿਰੋਜ਼ ਸ਼ੇਖ ਤੇ ਨਿਤਿਸ਼ ਸ਼ਾਰਦਾ। ਉਹਨਾਂ 3 ਜਣਿਆਂ ਨੇ ਅੰਤਰਿਮ ਜ਼ਮਾਨਤ ਦੀ ਜਿਹੜੀ ਅਰਜ਼ੀ ਆ ਕੋਰਟ ਵਿੱਚ ਲਾਈ ਹੋਈ ਹੈ ਜਿਸ ਦੇ ਉੱਤੇ ਅੱਜ ਸੁਣਵਾਈ ਹੋਵੇਗੀ। ਹੁਣ ਇਹ ਵੇਖਣਾ ਇਹ ਹੋਵੇਗਾ ਕਿ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਜਾਂ ਉਸ ਉੱਤੇ ਕੋਈ ਹੋਰ ਪਹਿਲੂ ਜਿਹੜਾ ਆ ਸਾਹਮਣੇ ਆਂਦਾ ਹੈ। ਜੀ ਇਸ ਦੇ ਨਾਲ ਹੀ ਤੁਹਾਨੂੰ ਮੈਂ ਦੱਸਣਾ ਚਾਹਾਂਗੀ ਕਿ ਸਿੱਖ ਸੰਸਥਾਵਾਂ ਦੀ ਆਜ਼ਾਦੀ ਲਈ ਬਾਦਲਾਂ ਦਾ ਬਾਈਕਾਟ। ਤੁਹਾਨੂੰ ਮੈਂ ਦੱਸ ਦੇਵਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਜਿਹੜੇ ਬਾਦਲ ਪਰਿਵਾਰ ਨੇ ਬਾਦਲ ਦਾ ਜਿਹੜਾ ਬਾਈਕਾਟ ਕਰਨ ਨੂੰ ਕਿਹਾ। ਉਹਨਾਂ ਨੇ ਕਿਹਾ ਕਿ ਜਿਹੜੇ ਸਿੱਖ ਸੰਸਥਾਵਾਂ ਆ ਉਹਨਾਂ ਦੀ ਆਜ਼ਾਦੀ ਵਾਸਤੇ ਸੱਤਾ ਤੇ ਬਦਲਾਅ ਲਿਆਉਣ ਵਾਸਤੇ ਉਹਨਾਂ ਨੂੰ ਜਿਹੜਾ ਬਾਈਕਾਟ ਕਰਨਾ ਪਊਗਾ ਤੇ ਉਹਨਾਂ ਨੇ ਇਹੀ ਗੱਲ ਆਖੀ ਹੈ ਕਿ ਜਿਹੜਾ ਆ ਇਹ ਬਦਲਾਅ ਕੀਤਾ ਜਾਵੇ ਤੇ ਜਿਹੜਾ ਇਹਨਾਂ ਦਾ ਬਾਈਕਾਟ ਜਿਹੜਾ ਆ ਉਹ ਕੀਤਾ ਜਾਵੇ। ਤੁਹਾਨੂੰ ਮੈਂ ਦੱਸ ਦੇਵਾਂ ਕਿ ਪਸ਼ਚਾਤਾਪ ਸਮਾਰੋਹ ਦੇ ਵਿੱਚ ਇਹ ਸ਼ਾਮਲ ਹੋਏ ਸਨ ਜਿਹੜੇ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਢੀਂਡਸਾ। ਇਸ ਦੇ ਨਾਲ ਹੀ ਜਿਹੜਾ ਮੁੱਖ ਖਬਰਾਂ ਦਾ ਦੌਰ ਆ ਇਹ ਇੱਥੇ ਹੀ ਸਮਾਪਤ ਹੁੰਦਾ ਆ ਤੇ ਸਾਡਾ ਪ੍ਰੋਗਰਾਮ ਜਿਹੜਾ ਆ ਉਹ ਸਮਾਪਤੀ ਦੀ ਔਰ ਇਸ਼ਾਰਾ ਕਰ ਰਿਹਾ। ਕੱਲ ਇਸੇ ਸਮੇਂ ਅਸੀਂ ਫੇਰ ਹਾਜ਼ਰ ਹੋਵਾਂਗੇ ਨਵੀਂ ਅਖਬਾਰ ਦੀਆਂ ਨਵੀਂ ਸੁਰਖੀਆਂ ਨੂੰ ਲੈ ਕੇ ਤੇ ਤੁਹਾਨੂੰ ਉਸ ਤੋਂ ਰਿਲੇਟਡ ਅਸੀਂ ਵਿਸਤ੍ਰਿਤ ਜਾਣਕਾਰੀ ਦੇਵਾਂਗੇ। ਉਦੋਂ ਤੱਕ ਸਾਡੇ ਨਾਲ ਬਣੇ ਰਹੋ। ਧੰਨਵਾਦ। ਅਖਬਾਰ